दोस्तों मैं मुक्ता ते तुसीं देख रहे हो द स्टैलर न्यूज़ वैब टीवी। जिला मैजिस्ट्रेट श्रीमती अपनीत रियाज जी हुशियारपुर वालों उन्होंने वालों एक होर अनाउंसमेंट की गई है कि मॉर्निंग 7 बजे तो लैके दोपहर के 3 बजे तक ਜਿਹੜੇ दुकानदार ने वो अपनी दुकानों ਨੂੰ खोल सकते हैं। इस वेले ਅਸੀਂ ਤੁਹਾਨੂੰ ਲੈ ਕੇ खड़े हैं बसी खवाजू हुशियारपुर के बसी खवाजू बाजार। इत्थे आम दिनों ਦੇ ਵਿੱਚ बहुत रौनक ਰਹਿੰਦੀ है तो ਹੁਣ ਅਸੀਂ ਮੰਨਦੇ ਹਾਂ कि ਇਹ ਬਾਜ਼ਾਰ ਖੁੱਲਣ ਦੇ ਨਾਲ ਇਹਨਾਂ ਢੀਲਾਂ ਦੇ ਨਾਲ ਜਿਹੜੀ ਰਿਲੈਕਸੇਸ਼ਨ ਦਿੱਤੀ ਹੈਗੀ ਹੈ ਜ਼ਿਲ੍ਹੇ ਵਿੱਚ ਉਹਦੇ ਨਾਲ ਜਿਹੜੀ ਬਾਜ਼ਾਰਾਂ ਦੀ ਰੌਣਕ ਹੈ ਦੁਬਾਰਾ ਮੁੜ ਕੇ ਆ ਗਈ ਹੈ। ਅਸੀਂ ਦੁਕਾਨਦਾਰਾਂ ਦੇ ਨਾਲ ਗੱਲ ਕਰਾਂਗੇ ਕਿ ਅੱਜ ਢਿੱਲ ਦੇ ਵਿੱਚ ਤੀਸਰਾ ਦਿਨ ਹੈ ਤੇ ਕਿਸ ਤਰ੍ਹਾਂ ਦੇ ਨਾਲ ਕਾਰੋਬਾਰ ਚੱਲ ਰਿਹਾ ਹੈ, ਲੋਕਾਂ ਦਾ ਰੁਝਾਨ ਕਿਹੜੀ ਚੀਜ਼ ਵੱਲ ਜ਼ਿਆਦਾ ਹੈ। ਇਸ ਵੇਲੇ ਅਸੀਂ ਪਬਲਿਕ ਦੇ ਨਾਲ ਵੀ ਗੱਲ ਕਰਾਂਗੇ ਜਿਹੜੇ ਬਾਜ਼ਾਰਾਂ ਦੇ ਵਿੱਚ ਇਸ ਵੇਲੇ ਸ਼ਾਪਿੰਗ ਕਰਨ ਵਾਸਤੇ ਆਏ ਹੋਏ ਨੇ ਤੇ ਅਸੀਂ ਤੁਹਾਨੂੰ ਬਾਜ਼ਾਰਾਂ ਦਾ ਦੌਰਾ ਵੀ ਕਰਵਾਉਂਦੇ ਹਾਂ। ਕੀ ਨਾਮ ਹੈ ਮੈਮ? रेखा देवी, ਕਿਹੜੀ ਜਗ੍ਹਾ ਤੋਂ ਆਏ? कीर्ति नगर तो। ਓਕੇ, ਅੱਜ 1.5 ਮਹੀਨੇ ਬਾਅਦ ਤਕਰੀਬਨ ਬਾਜ਼ਾਰ ਖੁੱਲਿਆ ਹੈ ਤਾਂ ਅੱਜ ਬਾਜ਼ਾਰਾਂ ਦੀ ਰੌਣਕ ਦੇਖ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ? इतनी भीड़ तो है नहीं, वैसे सुनसान सा ही लग रहा है। वैसे अभी तक जो मतलब आज़ादी चाहिए वो आज़ादी अभी है नहीं वैसे। पर फिर भी एक बार दोबारा हाँ जी हाँ जी, किस तरह से लग रहा है आज? थोड़ा अच्छा मतलब पहले से बेटर लग रहा है, अच्छा लग रहा है। आपको लगता है कि बाजार में जिला मैजिस्ट्रेट की तरफ से 3 बजे तक का टाइम कर दिया गया है सुबह, क्या ये सही कदम है उनके? वैसे तो खुलना ही चाहिए बाजार, 3 बजे तक खुलना चाहिए। अब आगे जनता में जो हाँ वही है, जनता तो कोऑपरेट करेगी इनके साथ, वही है। तो इतने दिन जैसे लॉकडाउन रहा है, क्या कोई ज़रूरत का सामान लेने, वैसे दुकानें भी बंद ही रहती थी, तो क्या कभी बाहर निकले हो घर से? नहीं, पूरी तरह निकले नहीं। आज मैं पहली बार आई हूँ बाजार, पहली बार आई हूँ। राकेश कुमार जी। मार्केट खुली है, तीसरा दिन हो गया आज मार्केट खुली ਨੂੰ किस तरह ਦਾ ਲੱਗ ਰਿਹਾ ਹੈ? ਠੀਕ ਹੈ, ਘਰ ਬੈਠੇ ਅੱਕ ਗਏ ਸੀਗੇ ਜੀ। ਤੇ ਕਸਟਮਰ ਦਾ ਰੁਝਾਨ ਕਿਸ ਤਰ੍ਹਾਂ ਦਾ ਹੈ? ਕੀ ਕਸਟਮਰ ਇੱਥੇ ਆ ਰਿਹਾ ਹਾਲੇ? ਕਸਟਮਰ ਤੇ ਤਾਂ ਸਾਡੀ ਮਾਰਕੀਟ ਪਿੰਡੂ ਇਲਾਕੇ ਤੇ ਡਿਪੈਂਡ ਵਾ, ਉਹਦੇ ਕਰਕੇ ਕਸਟਮਰ ਪਿੰਡਾਂ 'ਚੋਂ ਨਹੀਂ ਆ ਰਿਹਾ, ਜਿਸ ਕਰਕੇ ਬਾਕੀ ਅਸੀਂ ਰਿਲੈਕਸ ਮਹਿਸੂਸ ਕਰ ਰਹੇ ਹਾਂ ਵੀ ਘਰੋਂ ਨਿਕਲ ਕੇ ਥੋੜਾ ਬਹੁਤਾ ਦੁਕਾਨਾਂ ਤੇ ਸਫਾਈ ਹੋ ਗਈ। ਜਿੱਦਾਂ 3 ਵਜੇ ਤੱਕ ਦਾ ਟਾਈਮ ਕਰ ਦਿੱਤਾ ਗਿਆ ਹੈ, ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਤੱਕ ਮਾਰਕੀਟ ਖੁੱਲਿਆ ਕਰੇਗੀ, ਤੇ ਕੀ ਤੁਸੀਂ ਸਮਝਦੇ ਹੋ ਕਿ ਇਸ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਅਰਥ ਵਿਵਸਥਾ ਨੂੰ ਕਾਫੀ ਸਾਡੇ ਧੱਕਾ ਲੱਗਾ ਹੈ ਇਹ ਲੋਕਡਾਊਨ ਦੇ ਦੌਰਾਨ, ਕੀ ਉਹ ਸਟੇਬਲ ਹੋ ਜਾਏਗੀ ਦੁਬਾਰਾ? ਹਾਂ, ਦੁਬਾਰਾ ਹੁਣ ਟਾਈਮ ਤਾਂ ਲੱਗੇਗਾ ਪਰ ਸਟੇਬਲ ਹੋ ਜਾਏਗੀ, ਕਸਟਮਰ ਵੀ ਨਿਕਲਣਾ ਸ਼ੁਰੂ ਹੋ ਜਾਏਗਾ ਆਪਣੇ ਆਪਣੇ ਘਰ। ਜਿਹੜਾ ਡਰ ਸੀਗਾ ਉਹ ਡਰ ਦੂਰ ਹੋਏਗਾ, ਉਹਦੇ ਨਾਲ ਕਸਟਮਰ ਫਿਰ ਦੁਬਾਰਾ ਹੌਲੀ ਹੌਲੀ ਸਾਰੀ ਗੱਡੀ ਲਾਈਨ ਤੇ ਫਿਰ ਆ ਜਾਏਗੀ। ਕਸਟਮਰ ਦਾ ਰੁਝਾਨ ਇਸ ਵੇਲੇ ਹੈ ਇਸ ਲਾਈਨ ਦੇ ਵਿੱਚ ਜਾਂ ਉਹ ਹਾਲੇ ਸਿਰਫ ਰਾਸ਼ਨ ਪਾਣੀ ਵੱਲ ਹੀ? रुझान है नहीं जी, बहुत घट रुझान, बहुत घट है मार्केट। 3 ਵਜੇ ਤੱਕ ਦਾ ਟਾਈਮ ਹੋ ਗਿਆ ਹੈ ਜਾਂ ਹੁਣ ਤੋਂ ਰੈਗੂਲਰ ਮਤਲਬ 3 ਵਜੇ ਤੱਕ ਖੁੱਲਿਆ ਕਰੇਗੀ ਸ਼ਾਪਸ, ਤਾਂ ਉਹਦੇ ਨਾਲ ਜਿਹੜੀ ਸਾਡੀ ਆਰਥਿਕ ਵਿਵਸਥਾ ਨੂੰ ਧੱਕਾ ਲੱਗਾ ਹੈ ਉਹ ਕੰਟਰੋਲ ਹੋ ਜਾਏਗਾ? नहीं कंट्रोल होना जी, समान का नहीं होना, सिर्फ करेडा और सब्जी के चाहिए गाहक। और चेचे भी तो थोड़ी बहुत कैंची चप्पल तो इदा ही है, कुछ उदा है नहीं गा जी कुछ। ਕੀ ਵਰਤਦੇ ਹੋ ਇਹਤਿਆਤ ਦੇ ਤੌਰ ਤੇ? एहतियात पूरा एहतियात करी दी है जी, राशन ही पाई है जी, कल्ले कल्ले का एक मीटर की दूरी रखी थी कट्टी कस्टमर नाल। सतप्रीत सिंह जी। ਅੱਜ 1.5 ਮਹੀਨੇ ਬਾਅਦ ਬਾਜ਼ਾਰ ਖੁੱਲ੍ਹਾ ਹੈ ਤਕਰੀਬਨ, ਤੇ ਅੱਜ ਦੁਬਾਰਾ ਵਾਪਸ ਆ ਕੇ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ? ठीक है जी, एक बारी तो थोड़ा ईजी महसूस होंदा ही बंदे नूं। ਹਾਂਜੀ। बाकी बाजार बंद ने नुकसान तो बहुत ज़्यादा, इकोनॉमी भी बहुत डाउन हो गई अपनी, ਕੰਮਾਂ ਕਾਰਾਂ 'ਚ ਬਹੁਤ ਫਰਕ ਪੈ ਗਿਆ ਤੇ ਮੇਰੇ ਹਿਸਾਬ ਨਾਲ ਜਲਦੀ ਤੋਂ ਜਲਦੀ ਬਿਮਾਰੀ ਖਤਮ ਹੋਣੀ ਚਾਹੀਦੀ, ਜਿਹੜਾ ਬੈਕ ਟੂ ਨਾਰਮਲ ਹੋ ਜਾਈਏ ਆਪਾਂ। ਸਰ, ਜਿੱਦਾਂ ਇੰਨਾ ਟਾਈਮ ਲੋਕਡਾਊਨ ਰਿਹਾ ਹੈ ਤਾਂ ਤੁਸੀਂ ਕਦੀ ਟਰਾਈ ਕੀਤਾ ਹੈ ਕਿ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਤਾਂ ਦੇਖੀਏ ਆਪਾਂ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ, ਕਿ ਅੱਜ ਹੀ ਨਿਕਲੇ ਹੋ? ਅਸੀਂ ਨਹੀਂ, ਇੱਕ ਦੋ ਵਾਰੀ ਨਿਕਲੇ ਆ, ਜਸਟ ਲਾਈਕ ਜਿੱਦਾਂ ਰਾਤ ਨੂੰ ਕਿਤੇ ਰਾਉਂਡ ਲਾਉਣ ਨਿਕਲ ਕੇ ਬਾਹਰ, ਅਦਰਵਾਈਜ਼ ਆਪਾਂ ਘਰ 'ਚ ਹੀ ਰਹੇ, ਸੇਫ ਰਹੇ ਬਿਲਕੁਲ ਜੀ। ਮੈਮ ਕੀ ਨਾਮ ਹੈ? ਮੇਰਾ ਜਸਪ੍ਰੀਤ ਕੌਰ। ਕੀ ਸ਼ਾਪਿੰਗ ਕਰਨ ਆਏ ਹੋ ਅੱਜ? ਅਸੀਂ ਆਪਣੇ ਬੱਚਿਆਂ ਦੇ ਲਈ ਕੱਪੜੇ ਖਰੀਦਣ ਆਏ ਸੀ। कोई स्पेशल ओकेजन है? नहीं नहीं, बस सीज़न है, बच्चों के कपड़े छोटे हो गए हैं तो बस लेने हैं कि अब कपड़े प्रॉपरली हो उनके पास। किस तरह का लग रहा है बाजारां दी रौनक वापस देख के? ठीक लग रहा है, पर मैंने लगता है कि हाले इन्नी रौनक होनी नहीं चाहिए बाजार, क्योंकि बीमारी ज़्यादा फैली हुई है। हो सके तो जो टाइम
ਹੈ ਵਧਾਇਆ ਉਹਨਾਂ ਨੇ, ਉਹ ਵੀ ਠੀਕ ਹੈ, ਨਾ ਵੀ ਕਰਨ ਤਾਂ ਵੀ ਠੀਕ ਹੈ। ਬਹੁਤ ਸਾਈਡ ਮਾਰਕੀਟ ਖੁੱਲਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਕਿ ਹਲੇ ਕਿ ਨਹੀਂ? ਥੋੜੀ ਸਟ੍ਰਿਕਟਨੈਸ ਨਾਲ ਹੋਰ, ਹਾਂ ਸਟ੍ਰਿਕਟਨੈਸ ਚਾਹੀਦੀ ਹੈ ਹੋਰ, ਕਿਉਂਕਿ ਇਹ ਬਿਮਾਰੀ ਇੱਦਾਂ ਦੀ ਹੈ ਕਿ ਕਿਸੇ ਨੂੰ ਹੋ ਕੇ ਹਟ ਜਾਏ ਤਾਂ ਵੀ ਨਹੀਂ ਪਤਾ ਚੱਲਦਾ, ਕਿਸੇ ਨੂੰ ਹੈ ਇਹ ਵੀ ਨਹੀਂ ਪਤਾ ਚੱਲਦਾ। ਮੇਰਾ ਨਾਮ ਸੁਸ਼ੀਲ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਟਾਈਮ ਵਧਾ ਦਿੱਤਾ ਗਿਆ ਹੈ, ਸਵੇਰੇ 7 ਵਜੇ ਤੋਂ 3 ਵਜੇ ਤੱਕ ਦਾ ਟਾਈਮ ਕਰ ਦਿੱਤਾ ਹੈ ਸ਼ਾਪਸ ਖੋਲ੍ਹਣ ਦਾ, ਤੇ ਤੁਸੀਂ ਇਹ ਕਦਮ ਨੂੰ ਕਿਸ ਤਰ੍ਹਾਂ ਦਾ ਸਮਝਦੇ ਹੋ ਕਿ ਇਹ ਹੋਣਾ ਚਾਹੀਦਾ ਸੀ? ਨਹੀਂ ਹੋਣਾ ਵੀ ਚਾਹੀਦਾ ਕਿ ਨਹੀਂ ਵੀ ਹੋਣਾ ਚਾਹੀਦਾ, ਕਿਉਂਕਿ 7 ਵਜੇ ਤਾਂ ਬੜਾ ਅਰਲੀ ਹੋ ਗਿਆ ਜੀ। ਇਹਦੇ 'ਚ ਹੋ ਸਕਦਾ ਤਾਂ 9 ਤੋਂ 5 ਕਰ ਦਿੰਦੇ। ਤੇ ਅੱਜ ਇੰਨੇ ਟਾਈਮ ਬਾਅਦ ਤਕਰੀਬਨ 1.5-2 ਮਹੀਨੇ ਬਾਅਦ ਹੀ ਤੁਸੀਂ ਦੁਕਾਨ ਖੋਲੀ ਹੋਣੀ ਹੈ, ਤਾਂ ਇਹਦੇ ਇਨ ਬਿਟਵੀਨ ਦਿਸ ਪੀਰੀਅਡ ਲੋਕਡਾਊਨ ਦੇ ਵਿੱਚ ਤੁਸੀਂ ਕਦੀ ਆਪਣੀ ਦੁਕਾਨ ਦੇ ਉੱਤੇ ਆਏ ਹੋ? ਨੋ, ਪੂਰੀ ਤਰ੍ਹਾਂ ਦੇ ਨਾਲ ਲੋਕਡਾਊਨ ਦਾ ਪਾਲਣ? ਹਾਂ ਬਿਲਕੁਲ ਬਿਲਕੁਲ। ਮੈਂ ਤਾਂ ਲੋਕ ਵੀ ਨੂੰ ਹੱਥ ਵੀ ਨਹੀਂ ਲਗਾਇਆ ਜੀ। ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਦੁਬਾਰਾ ਰੌਣਕ ਦੇਖ ਕੇ ਮਾਰਕੀਟ? ਅੱਛਾ ਲੱਗ ਰਿਹਾ। ਦੇਖੋ ਜ਼ਰੂਰਤ ਤਾਂ ਸਭ ਨੂੰ ਹੀ ਹੈ, ਆਉਣਾ ਤਾਂ ਪੈਣਾ ਹੀ ਹੈ ਸਭ ਨੂੰ, ਠੀਕ ਹੈ ਨਾ। ਨਹੀਂ ਆਵਾਂਗੇ ਤਾਂ ਗੁਜ਼ਾਰਾ ਕਿੱਦਾਂ ਚੱਲੇਗਾ? ਕਸਟਮਰ ਆਂਦਾ ਹੈ ਤਾਂ ਇਹਤਿਆਤ ਦੇ ਤੌਰ ਤੇ ਕਿਸ ਤਰ੍ਹਾਂ ਦੇ ਨਾਲ ਤੁਸੀਂ? ਕਸਟਮਰ ਵੀ ਬੜਾ ਪ੍ਰਿਪੇਅਰ ਹੋ ਚੁੱਕਿਆ ਹੈ ਜੀ। ਹੁਣ ਕਸਟਮਰ ਆਪਣੇ ਆਪ ਹੀ ਹਰ ਰੂਲ ਜਿਹੜਾ ਫੋਲੋ ਕਰ ਰਿਹਾ ਹੈ ਜੀ। ਕਿਉਂਕਿ ਕੋਈ ਇਦਾਂ ਦਾ ਹੋ ਜਾਂਦਾ ਤਾਂ ਵੀ ਅਸੀਂ ਕਹਿ ਦਿੰਦੇ ਹਾਂ ਵੀ ਤੁਸੀਂ ਥੋੜਾ ਡਿਸਟੈਂਸ ਬਣਾ ਲਓ ਜੀ, ਤਾਂ ਮੈਚ ਬੈਠ। ਹੁਣ ਤਾਂ ਸਾਨੂੰ ਕਸਟਮਰ ਨੂੰ ਵੀ ਕਹਿਣ ਦੀ ਨਹੀਂ ਜ਼ਰੂਰਤ ਨਹੀਂ ਪੈਂਦੀ ਵੀ ਤੁਸੀਂ ਮਾਸਕ ਨਹੀਂ ਲਗਾਇਆ ਜਾਂ ਤੁਸੀਂ ਮਤਲਬ ਰੂਲ ਫੋਲੋ ਕਰੋ ਜੋ ਕਹਿੰਦੀ ਹੈ ਗਵਰਨਮੈਂਟ। ਹੁਣ ਤਾਂ ਕਸਟਮਰ ਕਾਫੀ ਪ੍ਰਿਪੇਅਰ ਹੈ ਜੀ। मेरा नाम संजना ਕਿਹੜੀ ਜਗ੍ਹਾ ਤੋਂ ਆਏ ਹੋ? जी रेलवे मंडी। ਮੈਮ ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬਾਜ਼ਾਰ ਦੇ ਵਿੱਚ ਵਾਪਸ ਆ ਕੇ? अच्छा लग रहा है मैम। ਲੋਕਡਾਊਨ ਦਾ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਪਾਲਨ ਕੀਤਾ ਸੀ ਕਿ ਵਿੱਚ ਨਿਕਲਦੇ ਰਹੇ ਹੋ ਬਾਹਰ ਕੀ ਦੇਖਣ ਵਾਸਤੇ? नहीं मैम, आज ही निकले हैं। ਪੂਰੀ ਤਰ੍ਹਾਂ ਦੇ ਨਾਲ ਪਾਲਨ ਕੀਤਾ। हाँ ਤੇ जी। ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਉਹ ਕਿਸ ਤਰ੍ਹਾਂ ਦਾ? कुछ सही भी है, कुछ गलत भी है मैम। ਕੁਝ ਕਮੀਆਂ ਜਿਹੜੀਆਂ ਹੈ ਕਿ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਹਲੇ ਕੀ ਕਮੀ ਹੈ? थोड़ा जिदा सब नूं है कोई ना कोई जिदा, हाँ जी, हर एक चीज़ की लोड़ हैगी है, तो थोड़ा ठीक है, आराम है सब नूं। हर्षिता। ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ? ਸਕੂਲ ਜਾਂਦੇ ਹੋ ਜਾਂ ਕਾਲਜ? स्कूल। मैं टॉडलर्स होम स्टडी हॉल में पढ़ती हूँ। ਓਕੇ, ਸਕੂਲ ਤੋਂ ਤਾਂ ਛੁੱਟੀਆਂ ਹੈ ਨਾ, ਬਿਲਕੁਲ ਹੀ ਫ੍ਰੀ ਹੋ, ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਬਾਹਰ ਮਾਰਕੀਟ ਦੇ ਵਿੱਚ ਮਮਾ ਨਾਲ ਘੁੰਮ? बहुत अच्छा लग रहा है, एक तरफ डर भी है बट अच्छा भी लग रहा है, सही डिसीजन लिया। अपनी सेफ्टी के लिए क्या फॉलो कर रहे हो आप? हम मास्क लगा रहे हैं, सैनिटाइज़र यूज़ कर रहे हैं, जाकर हैंड वॉश करेंगे, बस ये 3 जब चीज़ें। मार्केट में जाते हो तो क्या आप ज़्यादा ये यकीन बनाते हो कि हमें किसी चीज़ को टच नहीं करना? यस, ये तो ज़रूर फॉलो करते हैं। हितेश। ਕਿਹੜੇ ਸਕੂਲ ਪੜ੍ਹਦੇ ਹੋ? गवर्नमेंट सीनियर सेकेंडरी स्कूल बॉय, क्लॉक टावर हुशियारपुर। ਹੁਣੀ ਕਿਹੜੀ ਕਲਾਸ 'ਚ ਪੜ੍ਹਦੇ ਹੋ? 8th ਦੀ ਬੁੱਕਸ ਲੈਣ ਆਏ ਹੋ? ਆਨਲਾਈਨ ਸਟੱਡੀਜ਼ ਚੱਲ ਰਹੀ ਹੈ ਉੱਥੇ ਜਾਂ ਫਿਰ ਜਾਣਾ ਪੈਂਦਾ ਸਕੂਲ? ऑनलाइन ਕਿਸ ਤਰ੍ਹਾਂ ਦੀ ਚੱਲ ਰਹੀ ਹੈ? ਕਿਸ ਤਰ੍ਹਾਂ ਪੜ੍ਹਾ ਰਹੇ ਆ ਟੀਚਰਸ? फोन विच। ਵਧੀਆ ਪੜ੍ਹਾ ਰਹੇ ਆ? ਇੰਨੇ ਦਿਨਾਂ ਬਾਅਦ ਬਾਜ਼ਾਰ ਖੁੱਲਿਆ ਹੈ ਬੱਚਿਆਂ ਦੀ, ਹੁਣ ਜਿੱਦਾਂ ਨਵੇਂ ਸੈਸ਼ਨ ਦੀ ਸ਼ੁਰੂ ਹੋ ਗਏ ਨੇ ਐਜੂਕੇਸ਼ਨ ਬੱਚਿਆਂ ਦੀ, ਤੇ ਪੇਰੈਂਟਸ ਦੀ ਜ਼ਿਆਦਾਤਰ ਡਿਮਾਂਡ ਸੀਗੀ ਕਿ ਸਟੇਸ਼ਨਰੀ ਸ਼ਾਪਸ ਖੁੱਲ੍ਹਣੀਆਂ ਚਾਹੀਦੀਆਂ, ਤੇ ਕਿਸ ਤਰ੍ਹਾਂ ਦਾ ਰੁਝਾਨ ਲੱਗ ਰਿਹਾ ਹੈ ਅੱਜ? ਰੁਝਾਨ ਸਕੂਲ ਤਾਂ ਬੰਦ ਆ। ਨਹੀਂ, ਆਨਲਾਈਨ ਪੜ੍ਹਾਈ ਹੋ ਰਹੀ ਹੈ ਨਾ ਬੱਚਿਆਂ ਦੀ, ਤੇ ਨਵੇਂ ਕਾਪੀ ਕੂਪੀ ਅਸੀਂ ਵੇਚਦੇ, ਬੁੱਕਸ ਦਾ ਅਸੀਂ ਕਰਦੇ ਨਹੀਂ ਕੰਮ। ਓਕੇ, ਤੇ ਹੋਰ ਕਿਸ ਤਰ੍ਹਾਂ ਦੇ ਨਾਲ ਰੁਝਾਨ ਹੈ? ਮਤਲਬ ਕਿੰਨੀ ਕੁ ਡਿਮਾਂਡ ਹੈਗੀ, ਕਸਟਮਰ ਕਿੰਨਾ ਕੁ ਆ ਜਾਂਦਾ? ਘੱਟ ਹੀ ਆ, ਪਿੰਡਾਂ ਪੁੰਡਾਂ ਦੀਆਂ ਖੁੱਲ ਗਈਆਂ ਨਾ ਦੁਕਾਨਾਂ, ਸ਼ਹਿਰ 'ਚ ਤਾਂ ਫਿਰ ਲੋਕਲ ਹੀ ਗਾਹਕ ਆ। ਰਾਜ ਕੁਮਾਰ। ਅੱਜ ਕੱਲ੍ਹ ਜਿੱਦਾਂ ਆਨਲਾਈਨ ਜ਼ਿਆਦਾਤਰ ਪੜ੍ਹਾਈ ਹੋ ਰਹੀ ਹੈ ਬੱਚਿਆਂ ਦੀ, ਤੇ ਬੁੱਕਸ ਵਗੈਰਾ ਦੇ ਵੱਲ ਕਿਸ ਤਰ੍ਹਾਂ ਦਾ ਰੁਝਾਨ ਹੈ ਕਿ ਬੁੱਕਸ ਹਾਲੇ ਵੀ ਬਾਏ ਹੋ ਰਹੀਆਂ ਨੇ ਕਿ? ਉਹ ਤਾਂ ਬੁੱਕ ਤਾਂ ਹੋਣੀ ਹੀ ਬਾਏ। ਓਕੇ, ਬੱਚਿਆਂ ਨੂੰ ਨਹੀਂ ਪਤਾ ਲੱਗਣਾ ਸਿਲੇਬਸ ਦਾ, ਫਿਰ ਬੱਚੇ ਕਿੱਦਾਂ ਕਰਨਗੇ? ਬਿਲਕੁਲ। ਤੇ ਜਿੱਦਾਂ ਇੰਨੇ ਟਾਈਮ ਤੋਂ ਬਾਜ਼ਾਰ ਬੰਦ ਰਿਹਾ ਹੈ ਤੇ ਕਸਟਮਰ ਜਿੱਦਾਂ ਹੁਣ ਪੇਰੈਂਟਸ ਫਰਕ ਤਾਂ ਨੇ, ਪੈਂਦਾ ਹੀ ਹੈ, ਕਸਟਮਰ ਨੂੰ ਤਾਂ ਫਰਕ ਪੈਣਾ ਹੀ ਪੈਣਾ ਹੈ। ਜੇ ਹੁਣ ਮਹੀਨਾ ਡੇਢ ਮਹੀਨਾ ਦੁਕਾਨਾਂ ਬੰਦ ਰਹੀਆਂ ਤਾਂ ਨੁਕਸਾਨ ਤਾਂ ਹੋਣਾ ਹੀ ਹੈ। ਹਾਂਜੀ, ਹਾਂ। ਤੇ ਹੁਣ 3 ਵਜੇ ਤੱਕ ਜਿੱਦਾਂ ਬਾਜ਼ਾਰ ਖੁੱਲ੍ਹ ਦਿੱਤਾ ਹਾਂ। ਹੈ, ਕੀ ਤੁਹਾਨੂੰ ਲੱਗਦਾ ਹੈ, ਉਮੀਦ ਹੈ ਕਿ ਕਸਟਮਰ ਆਏਗਾ? ਦੇਖੋ ਜੀ, ਇੱਕ ਵਾਰੀ ਜਿਹੜਾ ਕਸਟਮਰ ਜਿਹੜਾ ਇੱਕ ਵਾਰੀ ਟਾਈਮ ਰੱਖ ਦਿਓ ਨਾ, ਟਾਈਮ ਇੱਕ ਵਾਰੀ ਰੱਖੋ ਜਿਹੜਾ ਵੀ ਰੱਖਣਾ। ਹਾਂਜੀ ਜਿੱਦਾਂ ਪਟਿਆਲੇ ਨੇ ਕਹਿਤਾ 7 ਤੋਂ 3, ਡੀਸੀ ਨੇ ਕਹਿਤਾ 9 ਤੋਂ 1, ਹਾਂਜੀ, ਫਿਰ ਕਿਹਦਾ ਮੰਨਿਆ ਜਾਵੇ? ਹੁਣ 7 ਤੋਂ 3 ਦਾ ਹੋ ਗਿਆ ਨਾ ਵੈਸੇ? ਹਾਂ ਕਹਿੰਦੇ ਆ 7 ਤੋਂ 3 ਹੋ ਗਿਆ। ਪਹਿਲਾਂ 7 ਤੋਂ 3 ਕਹਿ ਗਏ ਆ, ਫਿਰ ਨਾਲ ਹੀ 9 ਤੋਂ 1 ਕਹਿਤਾ ਉਹਨਾਂ ਨੇ, ਤੇ ਜਿਹੜੀ ਅਨਾਉਂਸਮੈਂਟ ਹੋ ਰਹੀ ਉਹ ਵੀ 9 ਤੋਂ 1 ਹੀ ਆ। ਜਿਹੜੀ ਕਮੇਟੀ ਦੀ ਅਨਾਉਂਸਮੈਂਟ ਆ ਉਹ ਵੀ 9 ਤੋਂ 1 ਹੀ ਹੈ ਨਾ। ਤੇ ਹੁਣ
ਇੱਥੇ ਕਸਟਮਰ ਆ ਰਿਹਾ ਹੈ ਚਾਹੀਏ ਤਾਂ ਉਹਦੇ ਲਈ ਹੁਣ ਨਹੀਂ ਆਏਗਾ ਕਸਟਮਰ, ਕੋਈ ਕਸਟਮਰ ਨਹੀਂ ਆ ਰਿਹਾ। ਨਹੀਂ ਹੁਣ ਨਹੀਂ ਆ। ਸਰ 1.5 ਮਹੀਨੇ ਬਾਅਦ ਬਾਜ਼ਾਰ ਖੁੱਲਿਆ ਹੈ, ਕਿਸ ਤਰ੍ਹਾਂ ਦਾ ਲੱਗ ਰਿਹਾ ਹੈ? ਦੁਬਾਰਾ ਬਾਜ਼ਾਰ ਦੀ ਰੌਣਕ ਦੇਖ ਕੇ ਤੇ ਡੀਸੀ ਮੈਡਮ ਵੱਲੋਂ ਵੀ 3 ਵਜੇ ਤੱਕ ਦਾ ਟਾਈਮ ਕਰ ਦਿੱਤਾ ਗਿਆ ਹੈ, ਸਵੇਰੇ 7 ਵਜੇ ਤੋਂ 3 ਵਜੇ ਤੱਕ ਦਾ, ਤੇ ਕਿਸ ਤਰ੍ਹਾਂ ਦਾ ਇਹ ਫੈਸਲਾ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਨਤਾ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਜਿਹੜਾ ਡੀਸੀ ਮੈਡਮ ਨੇ ਦੁਕਾਨਾਂ ਖੋਲ੍ਹਣ ਦਾ ਫੈਸਲਾ ਕੀਤਾ, ਫੈਸਲਾ ਤਾਂ ਬਹੁਤ ਵਧੀਆ ਆ, ਪਰ ਇਹਦੇ ਵਿੱਚ ਕੁਝ ਮਿਸਅੰਡਰਸਟੈਂਡਿੰਗ, ਕੁਝ ਗਲਤਫਹਿਮੀਆਂ ਜਿਹੜੇ ਦੁਕਾਨਦਾਰਾਂ ਦੇ ਦਿਲਾਂ ਦੇ ਵਿੱਚ ਆਉਂਦੀਆਂ ਆ। ਜਿੱਦਾਂ ਇੱਕ ਦਿਨ ਪਹਿਲਾਂ ਫੈਸਲਾ ਆਉਂਦਾ ਵੀ ਦੁਕਾਨਾਂ 9 ਤੋਂ 1 ਖੁੱਲ੍ਹਣਗੀਆਂ, ਅਗਲੇ ਦਿਨ ਦੁਕਾਨਾਂ ਖੁੱਲ੍ਹਣ ਤੋਂ ਬਾਅਦ 11 ਸਾਢੇ 11 ਵਜੇ ਫੈਸਲਾ ਆ ਜਾਂਦਾ 3 ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਆ। ਤੋ ਇਹ ਦੁਕਾਨਦਾਰਾਂ ਨੂੰ ਬੜੀ ਕਨਫਿਊਜ਼ਨ ਰਹਿੰਦੀ ਆ ਵੀ ਦੁਕਾਨਾਂ ਖੁੱਲ੍ਹੀਆਂ ਨਹੀਂ ਖੁੱਲ੍ਹੀਆਂ। ਕਦੀ ਕਿਸੇ ਨੂੰ ਪੁੱਛਿਆ ਜਾਂਦਾ ਆ। ਅੱਜ ਵੀ ਸਾਡੇ ਬਾਜ਼ਾਰ ਦੇ ਵਿੱਚ ਜਿੱਦਾਂ ਪ੍ਰਸ਼ਾਸਨ ਦੇ ਆਪਣੇ ਬੰਦਿਆਂ ਨੂੰ, ਪੁਲਿਸ ਅਧਿਕਾਰੀਆਂ ਨੂੰ ਪਤਾ ਹੀ ਨਹੀਂ ਸੀਗਾ ਵੀ ਦੁਕਾਨਾਂ 3 ਵਜੇ ਤੱਕ ਹੋ ਗਈਆਂ। ਉਹ 1 ਵਜੇ ਬਾਜ਼ਾਰ ਬੰਦ ਕਰਾਉਣ ਵਾਸਤੇ ਆ ਗਏ। ਫਿਰ ਉੱਥੇ ਜਾ ਕੇ ਗੱਲ ਕੀਤੀ, ਉਹਨਾਂ ਨੇ ਡੀਸੀ ਆਫਿਸ ਤੋਂ ਆਰਡਰ ਕਨਫਰਮ ਕੀਤੇ ਤੇ ਫਿਰ ਸੋ ਇਹ ਆ ਵੀ ਜਿਹੜੀ ਫੈਸਲਾ ਕੋਈ ਵੀ ਆ ਉਹ ਪੱਕੇ ਤੌਰ ਤੇ ਲਿੱਤਾ ਜਾਵੇ, ਜਿਹਦੇ ਨਾਲ ਕਿ ਕਿਸੇ ਵੀ ਦੁਕਾਨਦਾਰ ਨੂੰ ਜਾਂ ਕਿਸੇ ਵੀ ਗ੍ਰਾਹਕ ਨੂੰ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ। ਰੁਝਾਨ ਠੀਕ ਹੈ, ਦੁਕਾਨਦਾਰ ਵੀ ਸਾਰੇ ਕੋਆਪਰੇਟ ਕਰਦੇ ਪਏ ਆ, ਸਾਰੇ ਪ੍ਰਸ਼ਾਸਨ ਦੇ ਨਾਲ ਆ, ਗ੍ਰਾਹਕ ਵੀ ਸਾਰਾ ਸਮਝਦਾ ਹੈ ਵੀ ਜਿਹੜਾ ਵੀ ਕੁਝ ਹੋ ਰਿਹਾ ਸਾਡੇ ਆਪਣੇ ਲੋਕਾਂ ਦੀ ਭਲਾਈ ਵਾਸਤੇ ਹੋ ਰਿਹਾ ਹੈ। ਪਰ ਜੇ ਅਸੀਂ ਰੌਣਕ ਵੱਲੋਂ ਕਹੀਏ, ਕੁਝ ਦੁਕਾਨਾਂ ਜਿਹੜੀਆਂ ਡੇਲੀ ਨੀਡਸ ਵਾਲੀਆਂ ਹੈ, ਕਰਿਆਨੇ ਵਾਲੀ ਕਹਿ ਸਕਦੇ ਹਾਂ, ਸਬਜ਼ੀ ਵਾਲੀਆਂ, ਉਹਨਾਂ ਵਿੱਚ ਤਾਂ ਖਰੀਦਦਾਰੀ ਵਾਸਤੇ ਲੋਕਾਂ ਵਿੱਚ ਹੋੜ ਹੈਗੀ ਆ। ਪਰ ਜਿਹੜੀ ਕੋਈ ਕੱਪੜੇ ਵਾਲੇ ਹੋ ਗਏ, ਸਰਾਫ ਹੋ ਗਏ, ਜਿਹੜੀ ਆਪਣੀ ਡੇਲੀ ਨੀਡਸ ਦੇ ਵਿੱਚ ਨਹੀਂ ਆਉਂਦੀਆਂ, ਉਹਨਾਂ ਦੇ ਵਿੱਚ ਕੋਈ ਗ੍ਰਾਹਕੀ ਅਸੀਂ ਕਿ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਕਹਿ ਸਕਦੇ। 7 ਵਜੇ ਦੇ ਟਾਈਮ ਦੀ ਕੋਈ ਮੇਰੇ ਹਿਸਾਬ ਨਾਲ ਕੋਈ ਪਰਸਨਲੀ ਦੇਖਿਆ ਜਾਵੇ ਕੋਈ ਤੁੱਕ ਨਹੀਂ ਬਣਦੀ। ਇਹ ਤਾਂ ਇੱਕ ਇਹ ਆ ਵੀ ਟਾਈਮ ਤਾਂ ਉਹ ਚਾਹੀਦਾ ਜਿਹਦਾ 9 ਤੋਂ, ਜੇ ਮੰਨ ਲਓ ਮੈਡਮ ਨੇ 3 ਵਜੇ ਤੱਕ ਹੀ ਰੱਖਣਾ, 9 ਤੋਂ 3 ਦਾ ਟਾਈਮ ਰੱਖਿਆ ਜਾਵੇ। ਹਾਂ 7 ਤੋਂ ਟਾਈਮ ਰੱਖਣਾ ਵਾ, ਦੁੱਧ ਵਾਲਿਆਂ ਦਾ, ਹਲਵਾਈ ਦਾ, ਕਰਿਆਨੇ ਵਾਲੇ ਦਾ ਟਾਈਮ 7 ਤੋਂ 3 ਵਜੇ ਤੱਕ ਕੀਤਾ ਜਾ ਸਕਦਾ ਹੈ। ਪਰ ਜੇ ਬਾਕੀ ਦੁਕਾਨਦਾਰ ਆ ਉਹਨਾਂ ਦਾ ਟਾਈਮ ਤਾਂ 7 ਤੋਂ 3 ਕਰੋ ਜਾਂ 9 ਤੋਂ 3 ਕਰੋ, ਮੇਰੇ ਹਿਸਾਬ ਨਾਲ ਉਹਦੇ 'ਚ ਕੋਈ ਖਾਸ ਫਰਕ ਨਹੀਂ ਹੈਗਾ। ਕੀ ਨਾਮ ਹੈ ਆਪਣਾ? ਇੰਦਰਪਾਲ ਸਿੰਘ। ਕਿਤੇ ਹੁਣ ਮਾਰਕੀਟ 'ਚ ਤਾਂ ਖੁੱਲ ਗਈ ਹੈ ਤੇ ਲੋਕਾਂ ਦਾ ਰੁਝਾਨ ਕਿਸ ਸਾਈਡ ਦੇ ਵਿੱਚ ਜ਼ਿਆਦਾ ਹੈ, ਤਾਂ ਬਾਜ਼ਾਰਾਂ ਦੀ ਰੌਣਕ ਮੁੜ ਕੇ ਆ ਗਈ ਹੈ, ਤੇ ਕਿਸ ਤਰ੍ਹਾਂ ਦਾ ਤੁਹਾਨੂੰ ਅੱਜ ਲੱਗ ਰਿਹਾ ਹੈ ਦੁਕਾਨ ਖੋਲ ਕੇ? ਰੌਣਕ ਤਾਂ ਹੈਗੀ ਹੈ, ਪਰ ਸਿਰਫ ਖਾਣ ਪੀਣ ਵਾਲੇ ਸਮਾਨ ਵੱਲ ਗਾਹਕ ਦਾ ਰੁਝਾਨ ਹੈਗਾ ਜੀ। ਸਾਡਾ ਜਿੱਦਾਂ ਹੁਣ ਕੱਪੜੇ ਦੀ ਦੁਕਾਨ ਹੈਗੀ ਹੈ, ਕੱਪੜੇ ਦੀ ਦੁਕਾਨ ਤੇ ਤਾਂ ਹੀ ਗਾਹਕ ਹੋਏਗਾ ਜੇ ਵਿਆਹ ਸ਼ਾਦੀਆਂ ਹੋਣਗੀਆਂ। ਮਤਲਬ ਸਾਡੇ ਵੱਲ ਬਹੁਤ ਘੱਟ ਹੈਗਾ ਜੀ। ਖਾਣ ਪੀਣ ਦਾ, ਰਾਸ਼ਨ ਦਾ, ਇਹਨਾਂ ਚੀਜ਼ਾਂ ਦਾ ਹੀ ਕੰਮ ਫਿਲਹਾਲ ਤਾਂ ਹੈਗਾ ਜੀ। ਜਿੱਦਾਂ ਸਰ ਡੀਸੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਟਾਈਮ ਵਧਾ ਦਿੱਤਾ ਗਿਆ ਹੈ ਦੁਕਾਨਾਂ ਖੋਲ੍ਹਣ ਦਾ, ਕੀ ਇਹ ਫੈਸਲਾ ਸਹੀ ਹੈ? ਠੀਕ ਹੈ ਜੀ, ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖਿਆ ਗਿਆ ਹੈਗਾ ਤੇ ਜਿਸ ਤਰ੍ਹਾਂ ਉਹਨਾਂ ਨੂੰ ਠੀਕ ਲੱਗਾ ਉਹਨਾਂ ਨੇ ਕਰ ਦਿੱਤਾ। ਜੇ 1 ਵਜੇ ਤੱਕ ਵੀ ਰਹਿੰਦਾ ਤਾਂ ਵੀ ਠੀਕ ਸੀਗਾ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਲੋਕਾਂ ਨੂੰ ਅਵੇਅਰ ਕਰਨ ਵਾਸਤੇ, ਤਾਂ ਕਿ ਉਹ ਯੂਜ਼ਡ ਮਾਸਕ ਐਂਡ ਗਲਵਜ਼ ਨੂੰ ਡਸਟਬਿਨ ਦੇ ਵਿੱਚ ਪਾਉਣ। ਅਸੀਂ ਇਹਦੇ ਬਾਰੇ ਗੱਲ ਕਰਦੇ ਹਾਂ ਜਿਹੜੇ ਇੱਥੇ ਡਿਊਟੀ ਦੇ ਉੱਤੇ ਇਸ ਵੇਲੇ ਮੌਜੂਦ ਨੇ। ਜੀ ਸਰ, ਕੀ ਨਾਮ ਹੈ ਆਪਣਾ? ਪੰਕਜ। ਸਰ, ਕਿਸ ਤਰ੍ਹਾਂ ਦੇ ਨਾਲ ਤੁਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹੋ? ਮੈਡਮ ਸਾਰਿਆਂ ਨੂੰ ਇਹਦੇ 'ਚ ਕਹੀਦਾ ਵੀ ਆਪਣੇ ਗਲਵਜ਼ ਤੇ ਮਾਸਕ ਇੱਥੇ ਸੁੱਟੋ ਜਿਹੜੇ ਪੁਰਾਣੇ ਨਹੀਂ ਵਰਤੋਂ 'ਚ ਆ। ਇਹ ਕਾਰਪੋਰੇਸ਼ਨ ਵੱਲੋਂ ਲਾਇਆ ਗਈ ਡਿਊਟੀ ਮੇਰੀ। ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਲੋਕਾਂ ਨੂੰ? ਠੀਕ ਆ ਜੀ, ਆ ਰਹੇ ਆ ਲੋਕੀ, ਪੜ੍ਹ ਕੇ ਬੋਰਡ ਵੀ ਲੱਗਾ ਆ, ਸਾਰੇ ਦੇਖ ਕੇ ਫੇ ਆ ਰਹੇ ਆ। ਜਿਹੜੇ ਘਰਾਂ 'ਚ ਕੂੜੇ ਲੈਣ ਜਾਂਦੇ ਜੀ ਉਹਦੇ 'ਚ ਸਿੱਟੋ ਮਾਸਕ ਵਗੈਰਾ, ਤੇ ਜਿਹੜੇ ਬਾਜ਼ਾਰ 'ਚ ਘੁੰਮਣਾ ਜਿਸ ਨੇ ਸੁੱਟਣਾ ਇਸ ਡਸਟਬਿਨ 'ਚ ਪਾਓ, ਤਾਂ ਕਿ ਜਾਨਵਰ ਵਗੈਰਾ ਖਾਣ ਨਾ, ਤਾਂ ਕਿ ਕੋਈ ਬਿਮਾਰ ਨਾ ਹੋਵੇ। ਸਰ, ਕਿਸ ਤਰ੍ਹਾਂ ਦੇ ਨਾਲ ਅਵੇਅਰ ਕਰ ਰਹੇ ਨੇ ਨਗਰ ਨਿਗਮ ਦਾ ਜਿਹੜਾ ਇਹ ਉਪਰਾਲਾ ਹੈ? ਬਹੁਤ ਹੀ ਵਧੀਆ ਉਪਰਾਲਾ ਇਹਨਾਂ ਦਾ, ਕਿਉਂਕਿ ਦੇਖਿਆ ਜਾ ਰਿਹਾ ਸੀ ਕਿ ਕਈਆਂ ਸ਼ਹਿਰਾਂ 'ਚ ਕੀ ਹੋਇਆ ਕਿ ਜਿਹੜੇ ਯੂਜ਼ ਮਾਸਕ ਸੀਗੇ ਜਾਂ ਜਿਹੜੇ ਯੂਜ਼ ਕੀਤੇ ਗਲਵਜ਼ ਸੀਗੇ, ਉਹਨਾਂ ਦੇ ਨਾਲ ਜਦੋਂ ਉਹ ਪਸ਼ੂਆਂ ਨੇ ਖਾ ਲਏ ਤੇ ਉਹਦੇ ਨਾਲ ਕਾਫੀ ਪਸ਼ੂ ਬਿਮਾਰ ਹੋ ਗਏ। ਤੇ ਸਾਨੂੰ ਇੱਕ ਨਵਾਂ ਡਰ ਇਹ ਪੈਦਾ ਹੋ ਗਿਆ ਕਿਤੇ ਜੇ ਇਹ ਜੋ ਸਾਡੀ ਬਿਮਾਰੀ ਹੈ ਇਹ ਗਲਵਜ਼ ਦੇ ਜਾਂ ਮਾਸਕ ਦੇ ਥਰੂ ਪਸ਼ੂਆਂ 'ਚ ਨਾ ਚਲੀ ਜਾਵੇ, ਉਹ ਜ਼ਿਆਦਾ ਜਿਹੜਾ ਉਹਨੂੰ ਬਚਾਉਣ ਦੇ ਲਈ ਹੀ ਇਹ ਉਪਰਾਲਾ ਜੋ ਨਗਰ ਨਿਗਮ ਦਾ ਬਹੁਤ ਹੀ ਅੱਛਾ ਹੈ। ਅਸੀਂ ਸਿਵਲ ਡਿਫੈਂਸ ਦੀ ਪੂਰੀ ਟੀਮ ਇਹਦੇ ਵਿੱਚ ਸਹਿਯੋਗ ਕਰ ਰਹੇ ਹਾਂ ਔਰ ਸਾਡੇ ਸਾਰੇ ਸਾਥੀ ਤੁਸੀਂ ਦੇਖੋ
ਕਿ ਹੁਣ ਵੀ ਸਾਡੇ ਅਲੱਗ-ਅਲੱਗ ਏਰੀਆ ਦੇ ਵਿੱਚ ਡਿਊਟੀ ਦੇ ਰਹੇ ਨੇ ਸਿਵਲ ਡਿਫੈਂਸ ਦੇ ਵਲੰਟੀਅਰ, ਔਰ ਆਪਣੀ ਜੋ ਡਿਊਟੀ ਲਾਈ ਹੈ ਪ੍ਰਸ਼ਾਸਨ ਨੇ ਉਹਨੂੰ ਕੋਆਪਰੇਟ ਕਰ ਰਹੇ ਨੇ। ਲੋਕਾਂ ਨੂੰ ਮੋਟੀਵੇਟ ਕਰ ਰਹੇ ਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝੋ, ਪ੍ਰਸ਼ਾਸਨ ਨੂੰ ਸਹਿਯੋਗ ਦਿਓ, ਤਾਂ ਜੋ ਸਾਨੂੰ ਢਿੱਲ ਮਿਲੀ ਹੈ ਉਹ ਡੇ ਬਾਈ ਡੇ ਢਿੱਲ ਸਾਡੀ ਵੱਧਦੀ ਰਹੇ। ਜਦ ਤੱਕ ਅਸੀਂ ਸਹਿਯੋਗ ਨਹੀਂ ਕਰਾਂਗੇ ਪ੍ਰਸ਼ਾਸਨ ਵੀ ਇਕੱਲਾ ਕੁਝ ਨਹੀਂ ਕਰ ਸਕਦਾ। ਕ੍ਰਿਸ਼ਨ ਗੋਪਾਲ ਆਨੰਦ। ਸਰ ਅੱਜ ਬਾਜ਼ਾਰਾਂ ਦੀ ਰੌਣਕ ਦੁਬਾਰਾ ਵਾਪਸ ਆ ਗਈ ਹੈ, ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਤੁਸੀਂ? ਮੈਂ ਭਾਰਤੀ ਸਨਾਤਨ ਧਰਮ ਮਹਾਂਬੀਰ ਦਲ ਦੇ ਪ੍ਰਦੇਸ਼ ਅਧਿਕਸ਼ ਕ੍ਰਿਸ਼ਨ ਕੁਮਾਰ ਆਨੰਦ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅੱਜ 1.5 ਮਹੀਨੇ ਤੋਂ ਸਾਡਾ ਲਾਕਡਾਊਨ ਚੱਲ ਰਿਹਾ ਹੈ ਔਰ ਉਹਦੇ ਨਾਲ ਕਰਫਿਊ ਵੀ ਚੱਲ ਰਿਹਾ ਹੈ, ਜੋ ਕਿ ਡੀਸੀ ਸਾਹਿਬ ਨੇ 2 ਦਿਨ ਤੋਂ ਜਿਹੜੀ ਢਿੱਲ ਦਿੱਤੀ ਹੈ ਉਹ ਬਹੁਤ ਵਧੀਆ ਹੈ। ਪਹਿਲੇ ਦਿਨ ਰਸ਼ ਜ਼ਰੂਰ ਪਿਆ, ਪਰੰਤੂ ਅੱਜ ਰਸ਼ ਜਿਹੜਾ ਹੈਗਾ ਉਹ ਨਾਰਮਲ ਰਿਹਾ ਹੈ। ਜੇਕਰ ਇਦਾਂ ਹੀ ਰੈਗੂਲਰ ਚੱਲਦਾ ਰਿਹਾ ਤੇ ਬਾਜ਼ਾਰ ਦੇ ਵਿੱਚ ਰਸ਼ ਨਾਮ ਦੀ ਕੋਈ ਚੀਜ਼ ਨਹੀਂ ਰਹਿਣੀ, ਕਿਉਂਕਿ ਸਾਰਿਆਂ ਦੇ ਕੋਲ ਜਿਹੜੀ ਜ਼ਰੂਰੀ ਸਮਾਨ ਦੀਆਂ ਵਸਤੂਆਂ ਹੈਗੀਆਂ ਉਹਨਾਂ ਨੇ ਖਰੀਦ ਲੈਣੀਆਂ ਹੈ ਔਰ ਪਹੁੰਚ ਜਾਣੀਆਂ ਹੈ। ਔਰ ਦੂਸਰੇ ਨੰਬਰ ਤੇ ਇਹ ਹੈ ਕਿ ਜਿਹੜਾ ਵਪਾਰ ਦੇ ਵਿੱਚ ਜਿਵੇਂ ਕਿ ਹਲਵਾਈ ਦੀਆਂ ਦੁਕਾਨਾਂ ਹੋ ਗਈਆਂ, ਕੈਟਰਿੰਗ ਵਾਲੇ ਹੋ ਗਏ, ਸਟਾਲਸ ਹੋ ਗਏ ਜਾਂ ਮੈਰਿਜ ਪੈਲਸ ਹੋ ਗਏ, ਤੇ ਹੋਰ ਵੀ ਇਹਦੇ ਨਾਲ ਸੰਬੰਧਿਤ ਵਿਆਹਾਂ ਦੇ ਨਾਲ ਜਿਹੜੇ ਸੰਬੰਧਿਤ ਹੈ ਉਹਨਾਂ ਨੂੰ ਸਭ ਤੋਂ ਵੱਡਾ ਲਾਸ ਆ। ਉਹ ਹਲੇ 6 ਮਹੀਨੇ ਜੋ ਉਮੀਦ ਲੱਗਦੀ ਹੈ ਕਿ 6 ਮਹੀਨੇ ਦੇ ਵਿੱਚ ਵੀ ਕਵਰ ਨਹੀਂ ਹੋਣਾ। ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿਹੜੇ ਵੀ ਡਿਪਟੀ ਕਮਿਸ਼ਨਰ ਸਾਹਿਬ ਅੱਗੇ ਕਿ ਜਿਹੜੇ ਵਿਆਹ ਦੀ ਰੀਤੀ ਰਿਵਾਜ ਜਿਹੜੇ ਲੋਕਾਂ ਨੇ ਦਿੱਤੇ ਦੇ ਹੈਗੇ, ਵਿਆਹ ਸਧਾਏ ਦੇ ਹੈਗੇ ਆ, ਉਹਨਾਂ ਨੂੰ ਆਗਿਆ ਦਿੱਤੀ ਜਾਵੇ ਤਾਂ ਕਿ ਥੋੜਾ ਉਹਨਾਂ ਲੋਕਾਂ ਦਾ ਵੀ ਬਿਜ਼ਨਸ ਹੋ ਸਕੇ। ਧੰਨਵਾਦ। ਸਰ, ਜਿਸ ਤਰ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਹਿਲੇ 9 ਵਜੇ ਤੋਂ ਲੈ ਕੇ 1 ਵਜੇ ਦਾ ਟਾਈਮ ਦਿੱਤਾ ਗਿਆ ਸੀਗਾ ਦੁਕਾਨਦਾਰਾਂ ਨੂੰ ਆਪਣੀ ਸ਼ਾਪਸ ਖੋਲ੍ਹਣ ਵਾਸਤੇ, ਨਵੇਂ ਆਰਡਰਸ ਆਏ ਨੇ ਕਿ ਦੁਕਾਨਦਾਰ ਸਵੇਰੇ 7 ਵਜੇ ਤੋਂ 3 ਵਜੇ ਤੱਕ ਦੁਕਾਨਾਂ ਆਪਣੀਆਂ ਖੋਲ੍ਹ ਸਕਦੇ ਨੇ, ਤੇ ਜ਼ਿਆਦਾਤਰ ਦੇਖਣ ਨੂੰ ਆਇਆ ਦੁਕਾਨਦਾਰਾਂ ਨੂੰ ਇਸ ਮਤਲਬ ਜਿਹੜਾ ਹੈ ਬਾਰ-ਬਾਰ ਸਟੇਟਮੈਂਟ ਆਪਣੀ ਚੇਂਜ ਕਰ ਰਹੇ ਉਹਦੇ ਨਾਲ ਜ਼ਿਆਦਾ ਦਿੱਕਤ ਹੋ ਰਹੀ ਹੈ, ਉਹ ਜ਼ਿਆਦਾ ਕਨਫਿਊਜ਼ ਹੋ ਰਹੇ ਨੇ, ਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸਰ? ਦੇਖੋ, ਕਰੋਨਾ ਜਿਹੜਾ ਸੰਕਟ ਹੈ ਲਾਕਡਾਊਨ ਉਹਦੇ ਵਾਸਤੇ ਕੀਤਾ ਸੀ ਔਰ ਕੁਛ ਸ਼ਰਤਾਂ ਲਾਈਆਂ ਸੀ ਸੋਸ਼ਲ ਡਿਸਟੈਂਸਿੰਗ ਦੀਆਂ ਅਤੇ ਹੱਥ ਸਾਫ਼ ਕਰਨੇ ਦੀਆਂ, ਸਾਰਾ ਕੁਝ ਬਹੁਤ ਵਧੀਆ ਸੀ। ਪਰ ਜਿਸ ਢੰਗ ਨਾਲ ਲੰਬਾ ਸਮਾਂ ਬੀਤ ਗਿਆ ਔਰ ਲੱਗਦਾ ਅੱਗੇ ਵੀ ਲੰਬਾ ਸਮਾਂ ਚੱਲੇਗਾ ਇਹ ਸਾਰਾ, ਤਾਂ ਪੋਸੀਬਲ ਨਹੀਂ ਹੈ ਕਿ ਬਹੁਤ ਹੋਰ ਜ਼ਿਆਦਾ ਲੰਬਾ ਸਮਾਂ ਲਾਕਡਾਊਨ ਵੀ ਰੱਖਿਆ ਜਾਵੇ ਔਰ ਕਰਫਿਊ ਵੀ ਲਗਾ ਕੇ ਰੱਖਿਆ ਜਾਵੇ। ਸੋ ਇਸੇ ਚੀਜ਼ ਨੂੰ ਦੇਖਦੇ ਹੋਏ ਕੇਂਦਰ ਦੀ ਸਰਕਾਰ ਨੇ ਔਰ ਸੂਬਿਆਂ ਦੀਆਂ ਸਰਕਾਰਾਂ ਨੇ ਲਾਕਡਾਊਨ ਦੀਆਂ ਸ਼ਰਤਾਂ ਵਿੱਚ ਢਿੱਲ ਦੇਣੇ ਦੇ ਫੈਸਲੇ ਕੀਤੇ ਆ ਔਰ ਸਭ ਨੂੰ ਇਹ ਲੱਗਦਾ ਕਿ ਕਰੋਨਾ ਤੋਂ ਬਚ ਕੇ ਰਹਿ ਕੇ ਹੀ ਆਪਣੀ ਜ਼ਿੰਦਗੀ ਜੀਣੀ ਪਏਗੀ ਔਰ ਨਾਰਮਲਨੈਸ ਲਿਆਉਣੀ ਪਏਗੀ, ਕੰਮ ਕਾਜ ਵੀ ਕਰਨੇ ਪੈਣਗੇ। ਦੁਕਾਨਦਾਰਾਂ ਨੂੰ ਵੀ ਔਰ ਆਮ ਲੋਕਾਂ ਨੂੰ ਵੀ ਬੜੀ ਰਾਹਤ ਮਹਿਸੂਸ ਹੋਈ ਸੀ ਕਿ ਹੁਣ ਕੁਛ ਢਿੱਲਾਂ ਹੋਣਗੀਆਂ, ਬਾਜ਼ਾਰ ਖੁੱਲ੍ਹਣਗੇ, ਆਪਣੀ ਮਰਜ਼ੀ ਦਾ ਸਮਾਨ ਲੈ ਕੇ ਆਉਣਗੇ। ਪਰ ਬੜੀ ਨਿਰਾਸ਼ਾ ਹੋਈ ਆ ਸ਼ੁਰੂਆਤੀ ਦੌਰ ਦੇ ਵਿੱਚ ਹੀ। ਬਹੁਤ ਬੁਰੀ ਤਰ੍ਹਾਂ ਕਨਫਿਊਜ਼ਨ ਦੀ ਸਟੇਟ ਚੱਲ ਰਹੀ ਹੈ, ਸਿਚੁਏਸ਼ਨ ਚੱਲ ਰਹੀ ਆ ਪੂਰੇ ਪੰਜਾਬ 'ਚ, ਔਰ ਖ਼ਾਸ ਤੌਰ 'ਤੇ ਮੈਂ ਹੁਸ਼ਿਆਰਪੁਰ ਦੀ ਗੱਲ ਕਰਨਾ ਚਾਹਾਂਗਾ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਜੋ ਆਪਣੀ ਡੀਸੀ ਮਹੋਦय ਆ ਉਹ ਕੁਛ ਕਹਿੰਦੇ ਆ, ਮੰਤਰੀ ਜੀ ਕੁਛ ਕਹਿੰਦੇ ਆ, ਪੰਜਾਬ ਸਰਕਾਰ ਕੁਛ ਫੈਸਲਾ ਕਰਦੀ ਆ ਅਤੇ ਡਿਪਟੀ ਕਮਿਸ਼ਨਰ ਕੁਛ ਕਰਦੇ। ਲੋਕ ਇੱਕ ਆਰਡਰ ਨੂੰ ਲੈ ਕੇ ਵੇ ਕਰਨੇ ਲਈ ਅਤੇ ਆਪਣੇ ਕੰਮਕਾਰ ਸ਼ੁਰੂ ਕਰਨ ਲਈ ਨਿਕਲਦੇ ਆ ਅਤੇ ਨਾਲ ਹੀ ਆਰਡਰ ਆ ਜਾਂਦਾ ਵੀ ਘਰਾਂ ਨੂੰ ਚੱਲ ਜਾਓ, ਨਹੀਂ ਇਹ ਟਾਈਮ ਹੋਰ ਆ। ਹਾਂ, ਹੁਣ ਰੀਸੈਂਟਲੀ ਵੀ ਇਸੇ ਤਰ੍ਹਾਂ ਹੋਇਆ। ਪੰਜਾਬ ਸਰਕਾਰ ਨੇ 7 ਤੋਂ 3 ਵਜੇ ਤੱਕ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਸੀ ਅਤੇ ਡਿਪਟੀ ਕਮਿਸ਼ਨਰ ਸਾਹਿਬ ਹੁਸ਼ਿਆਰਪੁਰ ਨੇ 9 ਤੋਂ 1 ਵਜੇ ਕਹਿ ਦਿੱਤਾ। ਤਾਂ ਉਹਦੇ ਬਾਅਦ ਫਿਰ ਲੋਕਾਂ 'ਚ ਆਪਾਤਾਪੀ ਪੈ ਗਈ। ਸੋ ਪਹਿਲੀ ਗੱਲ ਤਾਂ ਬਿਲਕੁਲ ਪੂਰੇ ਪੰਜਾਬ 'ਚ ਜਾਂ ਜ਼ਿਲ੍ਹੇ ਵਿੱਚ ਸਿਚੁਏਸ਼ਨ ਕਲੀਅਰ ਹੋਣੀ ਚਾਹੀਦੀ, ਲੋਕਾਂ ਨੂੰ ਕੋਈ ਕਨਫਿਊਜ਼ਨ ਨਹੀਂ ਆਉਣਾ ਚਾਹੀਦਾ ਕਿਉਂਕਿ ਲੋਕ ਤਾਂ ਪਹਿਲੇ ਬੜੇ ਪਰੇਸ਼ਾਨ ਆ ਅਤੇ ਉਹ ਜਦੋਂ ਕੰਮ ਕਾਰ ਕਰਨੇ ਲਈ ਨਿਕਲਦੇ ਆ, ਦੁਕਾਨ ਚਲਾਉਣ ਲਈ ਨਿਕਲਦੇ ਆ ਜਾਂ ਖਰੀਦਣ ਲਈ ਨਿਕਲਦੇ ਆ, ਜਿਸ ਨਿਰਾਸ਼ਾ ਉਹਨਾਂ ਨੂੰ ਮਿਲਦੀ ਤਾਂ ਫਿਰ ਉਹ ਪਰੇਸ਼ਾਨ ਹੁੰਦੇ ਆ।
ਉਹ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਕਿ ਇਹਨੂੰ ਸਾਰੀਆਂ ਚੀਜ਼ਾਂ ਨੂੰ ਸਟ੍ਰੀਮਲਾਈਨ ਕਰੇ, ਠੀਕ ਕਰੇ। ਦੂਸਰਾ ਮੇਰੀ ਸਲਾਹ ਹੈ ਪੰਜਾਬ ਸਰਕਾਰ ਨੂੰ ਵੀ ਔਰ ਡਿਪਟੀ ਕਮਿਸ਼ਨਰ ਨੂੰ ਵੀ, ਦੇਖੋ ਜਦ ਤੱਕ ਕੰਪਲੀਟ ਚੇਨ ਇਹ ਨਹੀਂ ਖੁੱਲ੍ਹਦੀ ਤਦ ਤੱਕ ਇਹ ਕੰਮਕਾਰ ਖੋਲ੍ਹਣੇ ਦਾ ਕੋਈ ਖਾਸ ਮਤਲਬ ਨਹੀਂ ਹੈ। ਐਵੇਂ ਇੱਕ ਛਲਾਵਾਈ ਆ, ਦਿਖਾਵਾ ਹੀ ਆ। ਜਿੱਥੋਂ ਸਮਾਨ ਆਉਣਾ ਆ ਉੱਥੇ ਬਣੇ, ਉੱਥੋਂ ਡਿਸਪੈਚ ਹੋਵੇ, ਫਿਰ ਟਰਾਂਸਪੋਰਟ ਦਾ ਪ੍ਰਬੰਧ ਹੋਵੇ, ਫਿਰ ਉਹ ਅੱਗੇ ਵਿਕੇ ਜਾਂ ਉਹਨੇ ਅੱਗੇ ਮਟੀਰੀਅਲ ਜਿਹੜਾ ਤਿਆਰ ਹੋਣਾ, ਉਹਨੇ ਪੈਕ ਹੋਣਾ, ਅੱਗੇ ਜਾਣਾ, ਉਹ ਫੈਸਿਲਿਟੀਜ਼ ਨਹੀਂ ਹੋਣਗੀਆਂ ਤਾਂ ਇੰਡਸਟਰੀ ਖੋਲ੍ਹ ਦੇਣਾ ਪਾਰਸ਼ਲੀ ਜਾਂ ਦੁਕਾਨਾਂ ਖੋਲ੍ਹ ਦੇਣਾ ਉਹ ਬਿਲਕੁਲ ਬੇਈਮਾਨੀ ਹੈ। ਉਹ ਵੇਸਟੇਜ ਆਫ ਟਾਈਮ ਵੀ ਹੈ ਅਤੇ ਉਹਦਾ ਕੋਈ ਫਾਇਦਾ ਵੀ ਹੈ ਨਹੀਂ। ਸੋ ਗੌਰਮੈਂਟ ਨੇ ਜਿਹੜੀਆਂ ਚੀਜ਼ਾਂ ਖੋਲ੍ਹੀਆਂ ਹੈਗੀਆਂ ਉਹਨਾਂ ਦੀ ਕੰਪਲੀਟ ਚੇਨ ਕੰਪਲੀਟ ਹੋ ਸਕੇ, ਗੌਰਮੈਂਟ ਨੂੰ ਉਹਦਾ ਕੇਅਰ ਕਰਨੀ ਪਏਗੀ, ਕਿਉਂਕਿ ਕੰਪਲੀਟ ਚੇਨ ਤੋਂ ਬਗੈਰ ਦੁਕਾਨਦਾਰ ਨੇ ਦੁਕਾਨ 'ਤੇ ਜਾ ਕੇ ਮੱਖੀਆਂ ਤਾਂ ਮਾਰਨੀਆਂ ਨਹੀਂ। ਜਿਹਨੂੰ ਪਿੱਛੋਂ ਸਮਾਨ ਨਹੀਂ ਆਉਂਦਾ ਖੋਲ੍ਹ ਕੇ ਕੀ ਕਰੇਗਾ, ਗਾਹਕ ਵੀ ਕੀ ਕਰੇਗਾ। ਔਰ ਇੱਕ ਵਿਸ਼ੇ ਜਿਹੜਾ ਚੱਲ ਰਿਹਾ ਬਹੁਤ ਮਜ਼ਾਕੀਆ ਵੀ ਹੈ, ਸੀਰੀਅਸ ਹੀ ਹੈ ਵੀ ਗੌਰਮੈਂਟ ਜਿਹਨੂੰ ਕਹਿੰਦੇ ਪੱਬਾਂ ਭਾਰ ਹੋਈ ਪਈ ਆ ਸ਼ਰਾਬ ਦੇ ਠੇਕੇ ਖਿਲਾਉਣ ਲਈ, ਉਹ ਪ੍ਰਾਇਓਰਟੀ ਨਹੀਂ ਆ। ਲੋਕਾਂ ਨੇ ਸਵਾ ਮਹੀਨਾ ਬਹੁਤ ਵਧੀਆ ਕੱਟਿਆ, ਸ਼ਾਂਤੀ ਰਹੀ। ਇੱਦਾਂ ਲੱਗਦਾ ਸੀ ਵੀ ਹੁਣ ਨਹੀਂ ਵੀ ਖੁੱਲ੍ਹਣਗੇ ਤਾਂ ਹੌਲੀ ਹੌਲੀ ਲੋਕ ਕਸਟਮਾਈਜ਼ ਹੋ ਜਾਣਗੇ, ਲੋਕਾਂ ਨੂੰ ਆਦਤ ਪੈ ਜਾਊਗੀ ਸ਼ਰਾਬ ਤੋਂ ਬਗੈਰ ਰਹਿਣ ਦੀ। ਪਰ ਦਿੱਲੀ 'ਚ ਵੀ ਖੁੱਲ੍ਹੇ ਔਰ ਸਾਰੇ ਨਿਯਮਾਂ ਦੀ ਉਲੰਘਣਾ ਹੋਈ ਔਰ ਜਿੰਨਾ ਸਵਾ ਮਹੀਨੇ 'ਚ ਤੁਸੀਂ ਸੇਫਟੀ ਕਰ ਸਕੇ ਸੀ ਉਹ ਸਾਰੀ ਖਤਮ ਹੋ ਗਈ। ਪੰਜਾਬ ਸਰਕਾਰ ਨੂੰ ਉਹ ਤੋਂ ਸਬਕ ਲੈਣਾ ਚਾਹੀਦਾ ਸੀ ਔਰ ਮੈਂ ਸਮਝਦਾ ਕਿ ਕੈਪਟਨ ਸਾਹਿਬ ਪਤਾ ਨਹੀਂ ਕਿਉਂ ਇੰਨੇ ਡੈਸਪਰੇਟ ਆ ਕਿ ਉਹ ਠੇਕੇ ਖੋਲ੍ਹਣੇ ਲਈ ਕਿੰਨੀ ਜਲਦਬਾਜ਼ੀ ਵਾਸਤੇ ਲੱਗੇ ਹੋਏ ਆ। ਇਹਨਾਂ ਦੇ ਮੰਤਰੀ ਵੀ ਚਾਹੁੰਦੇ ਨਹੀਂ ਸੀ ਘਰ ਘਰ ਸ਼ਰਾਬ ਬੰਦ ਹੋਵੇ, ਮੰਤਰੀ ਨੇ ਬਿਆਨ ਵੀ ਦਿੱਤਾ। ਫਿਰ ਕਿਹਾ ਜਾਂਦਾ ਸੀ ਕਿ ਘਰਾਂ 'ਚ ਸ਼ਰਾਬ ਨਹੀਂ ਜਾਊਗੀ, ਕੈਬਨਿਟ ਦੇ ਵਿੱਚ ਫੈਸਲਾ ਹੋਊਗਾ ਸ਼ਰਾਬ ਦੇ ਠੇਕੇ ਖੋਲ੍ਹਣੇ ਬਾਰੇ। ਕੈਬਨਿਟ ਵੀ ਅੱਗੇ ਵਧਾ ਦਿੱਤੀ ਗਈ ਔਰ ਬਿਨਾਂ ਕੈਬਨਿਟ ਦੇ ਫੈਸਲੇ ਤੋਂ ਸ਼ਰਾਬ ਦੇ ਠੇਕੇ ਖੋਲ੍ਹਣੇ। ਅੱਛਾ, ਸ਼ਰਾਬ ਦੇ ਠੇਕਿਆਂ ਵਾਲਿਆਂ ਦੀ ਆਪਣੀ ਪ੍ਰੋਬਲਮ ਆ। ਉਹ ਕਹਿੰਦੇ ਆ ਜੀ ਵੀ ਸਾਡਾ 1.5 ਮਹੀਨਾ ਵੇਸਟ ਹੋ ਗਿਆ ਅਤੇ ਅਸੀਂ ਪੂਰੇ ਸਾਲ ਦਾ ਟੈਕਸ ਕਿਉਂ ਭਰੀਏ, ਕਿਉਂਕਿ ਜਦੋਂ ਦਾ ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਇਆ ਉਹਨਾਂ ਨੂੰ ਇੱਕ ਦਿਨ ਵੀ ਸੇਲ ਕਰਨ ਦਾ ਮੌਕਾ ਨਹੀਂ ਮਿਲਿਆ ਔਰ ਬੜੀ ਹੈਵੀ ਰਕਮ ਹੁੰਦੀ ਹੈ। ਜਿਹੜਾ ਕੰਮ ਕਿਸੇ ਨੇ ਕੀਤਾ ਨਹੀਂ ਉਸ ਪੀਰੀਅਡ ਦੇ ਪੈਸੇ ਕਿਉਂ, ਉਹਨਾਂ ਦੀ ਵੀ ਜਿਹੜੀ ਮੰਗ ਆ ਉਹ ਜਸਟੀਫਾਈਡ ਆ। ਉਸ ਪੀਰੀਅਡ ਦੀ ਜਿਹੜੇ ਪੀਰੀਅਡ ਇਹ ਪਰਮਾਤਮਾ ਵੱਲੋਂ ਜਿਹੜੀ ਪ੍ਰਕੋਪੀ ਆਈ ਆ ਇਨਐਵੀਟੇਬਲੀ ਜਿਹੜੀ ਸਹਿਣ ਕਰਨੀ ਪਈ ਆ, ਉਸ ਪੀਰੀਅਡ ਦਾ ਲਾਇਸੈਂਸ ਫੀਸ ਕਿਉਂ ਦੇਣਾ। ਹਾਲੇ ਉਹ ਲਾਇਸੈਂਸ ਸ਼ੁਰੂ ਹੀ ਨਹੀਂ ਹੋਇਆ ਹੋਵੇ, ਵਿਚਕਾਰ ਵੀ ਨਹੀਂ ਆ, ਸ਼ੁਰੂ ਹੀ ਨਹੀਂ ਹੋਇਆ। ਸੋ ਸਾਰੀਆਂ ਸਮੱਸਿਆਵਾਂ ਨੂੰ ਬੜੇ ਸੰਜੀਦਗੀ ਨਾਲ, ਗੰਭੀਰਤਾ ਨਾਲ ਸੋਚ ਕੇ ਫੈਸਲੇ ਲੈਣ ਦੀ ਲੋੜ ਸੀ, ਨਾ ਕਿ ਕ੍ਰੈਡਿਟ ਵਾਰ ਦੇ ਵਿੱਚ ਔਰ ਆਪਾਤਾਪੀ ਦੇ ਵਿੱਚ ਜਿੰਨਾ ਹੋਰ ਲੋਕ ਪਰੇਸ਼ਾਨ ਹੁੰਦੇ ਆ ਲੈਣ ਦੀ ਲੋੜ ਸੀ। ਇੱਦਾਂ ਦਾ ਇੱਕ ਫੈਸਲਾ ਗੌਰਮੈਂਟ ਨੇ ਕੀਤਾ ਜਿਹੜਾ ਮਜ਼ਦੂਰਾਂ ਨੂੰ, ਦੂਜੇ ਸਟੇਟਾਂ 'ਚੋਂ ਆਏ ਮਜ਼ਦੂਰਾਂ ਨੂੰ ਬਾਹਰ ਭੇਜਣੇ ਦਾ। ਤੁਸੀਂ ਹੈਰਾਨ ਹੋਵੋਗੇ ਭਈ 10 ਲੱਖ ਬੰਦਾ ਇੱਕ ਦਿਨ ਹੀ ਰਜਿਸਟਰ ਹੋ ਗਿਆ ਪੂਰੇ ਪੰਜਾਬ 'ਚ। ਹੁਸ਼ਿਆਰਪੁਰ 'ਚ 20,000 ਰਜਿਸਟਰ ਹੋ ਗਿਆ ਵੀ ਅਸੀਂ ਬਾਹਰ ਜਾਣਾ। ਔਰ ਬਿਲਕੁਲ ਦੂਰ ਅੰਦੇਸ਼ੀ ਦਾ ਫੈਸਲਾ ਨਹੀਂ ਸੀ ਸਰਕਾਰ ਦਾ। ਜਿਹੜਾ ਸਾਡੇ ਇੱਥੇ ਲੇਬਰ ਕਲਾਸ ਆ ਬਾਹਰਲੇ ਸੂਬਿਆਂ ਦਾ, ਉਹ ਸਭ ਤੋਂ ਜ਼ਿਆਦਾ ਹਿੱਟ ਹੋਇਆ, ਸਭ ਤੋਂ ਜ਼ਿਆਦਾ ਇਫੈਕਟਡ ਹੋਇਆ। ਬਹੁਤਿਆਂ ਦੇ ਨੀਲੇ ਕਾਰਡ ਵੀ ਨਹੀਂ ਬਣੇ, ਉਹ ਸੀਜ਼ਨਲ ਲੇਬਰ ਆਉਂਦੀ ਆ ਔਰ ਉਹਨਾਂ ਨੂੰ ਰਾਸ਼ਨ ਦੇ ਮਾਮਲੇ 'ਚ ਕਿਸੇ ਨੇ ਪੁੱਛਿਆ ਨਹੀਂ, ਸਿਵਾਏ ਕੁਛ ਜਿਹੜੀਆਂ NGOs ਆ, ਸਮਾਜ ਸੇਵੀ ਸੰਸਥਾਵਾਂ ਦੇ ਲੋਕ ਆ, ਉਹ ਵੀ ਪਤਾ ਨਹੀਂ ਪਹੁੰਚ ਪਾਏ ਕਿ ਨਹੀਂ ਪਾਏ ਉਹਨਾਂ ਤਾਈਂ। ਉਹ ਰਹੇ ਇੱਥੇ ਬਿਲਕੁਲ ਤੰਗ। ਪਹਿਲੀ ਗੱਲ ਉਹਨਾਂ ਨੂੰ ਤੰਗ ਨਹੀਂ ਰੱਖਣਾ ਚਾਹੀਦਾ ਸੀ ਗੌਰਮੈਂਟ ਨੂੰ। ਉਹਨਾਂ ਨੂੰ ਹੁਣ ਜੋ ਉਹਨਾਂ ਦੀ ਰਜਿਸਟ੍ਰੇਸ਼ਨ ਕਰ ਰਹੀ ਹੈ, ਆਇਡੈਂਟੀਫਾਈ ਕਰ ਰਹੀ ਆ, ਉਹਨਾਂ ਨੂੰ ਪਹਿਲੇ ਹੀ ਆਇਡੈਂਟੀਫਾਈ ਰਜਿਸਟਰ ਕਰਕੇ ਉਹਨਾਂ ਦੀ ਵਿਸ਼ੇਸ਼ ਧਿਆਨ ਰੱਖਦਾ ਕਿ ਇਹ ਸਾਡੇ ਪੰਜਾਬ ਦੀ ਪ੍ਰਗਤੀ ਦੇ ਵਿੱਚ, ਉੱਨਤੀ ਦੇ ਵਿੱਚ, ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਸਹਿਯੋਗ ਆ। ਇਹਨਾਂ ਨੂੰ ਅਸੀਂ ਆਪਣੇ ਭਰਾਵਾਂ ਵਾਂਗਰ ਰੱਖੀਏ। ਅੱਛਾ, ਹੁਣ ਬਾਹਰ ਚੱਲ ਜਾਣੇ ਆ, ਅੱਗੇ ਝੋਨੇ ਦੀ ਬਿਜਾਈ ਆ, ਅੱਗੇ ਫੈਕਟਰੀਆਂ ਖੁੱਲ੍ਹ ਗਈਆਂ ਔਰ ਪੰਜਾਬ 'ਚ ਸਾਨੂੰ ਲੇਬਰ ਨਹੀਂ ਲੱਭਣੀ। ਸੋ ਇਸ ਕਰਕੇ ਉਹਨਾਂ ਵਾਸਤੇ ਵੀ ਜਿਹੜਾ ਫੈਸਲਾ ਲਿਆ ਗਿਆ ਬਿਨਾਂ ਸੋਚੇ ਸਮਝੇ, ਔਰ ਹਾਲੇ ਵੀ ਜੇ ਕੁਛ ਸਰਕਾਰ ਕਰੇ ਤਾਂ ਕੁਛ ਬਚਾਅ ਹੋ ਸਕਦਾ, ਪਰ ਐਸਾ ਕੋਈ ਸਰਕਾਰ ਦਾ ਮੂਡ ਹੈ ਨਹੀਂ। ਸੋ ਬਹੁਤ ਸਾਰੇ ਐਸੇ ਮੁੱਦੇ ਆ ਜਿਹਦੇ ਵਿੱਚ ਕਰੋਨਾ ਦੀ ਜੰਗ ਲੜਦੇ ਲੜਦੇ ਅਸੀਂ ਆਪਣੇ
ਲਾਈਫ ਨੂੰ ਪਟੜੀ ਤੇ ਲਿਆ ਸਕਦੇ ਸੀ, ਉਹ ਮੁੱਦਿਆਂ ਤੇ ਸਰਕਾਰ ਬਿਲਕੁਲ ਗੰਭੀਰ ਨਹੀਂ। ਆਪੋਜੀਸ਼ਨ ਪਾਰਟੀਆਂ ਦੀ ਸਲਾਹ ਵੀ ਨਹੀਂ ਲੈ ਰਹੀ, ਉਹਨਾਂ ਦਾ ਸਹਿਯੋਗ ਵੀ ਨਹੀਂ ਲੈ ਰਹੀ। ਅਸੀਂ ਲੋਕਾਂ ਨੇ ਤਾਂ ਪਹਿਲਾਂ ਹੀ ਫੈਸਲਾ ਕੀਤਾ ਸੀ ਵੀ ਕਰੋਨਾ ਦੀ ਲੜਾਈ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕੈਪਟਨ ਬਣਾ ਕੇ ਲੜਨੀ ਆ, ਪਰ ਪਤਾ ਨਹੀਂ ਉਹਨਾਂ ਦਾ ਇਸ਼ਾਰਾ ਆ ਜਾਂ ਲੋਕਲ ਲੈਵਲ ਤੇ ਜਿਹੜੇ ਕਾਂਗਰਸੀ ਲੀਡਰ ਆ ਉਹ ਬਿਲਕੁਲ ਨਹੀਂ ਇਹ ਚਾਹੁੰਦੇ। ਉਹ ਰਾਜਨੀਤੀ ਖੇਲਦੇ ਆ, ਸਾਰੀ ਚੀਜ਼ ਦਾ ਰਾਜਨੀਤੀਕਰਨ ਹੋ ਰਿਹਾ ਔਰ ਪੰਜਾਬ ਦਾ ਨੁਕਸਾਨ ਹੋ ਰਿਹਾ। ਔਰ ਇਹਦਾ ਅਲਟੀਮੇਟਲੀ ਲੋਕੀ ਸਾਰੀ ਗੱਲ ਸਮਝਦੇ ਆ, ਖਮਿਆਜਾ ਪੰਜਾਬ ਨੇ ਵੀ ਭੁਗਤਣਾ, ਕਾਂਗਰਸ ਨੂੰ ਵੀ ਭੁਗਤਣਾ ਪਊਗਾ ਜਿਹੜੇ ਕ੍ਰੈਡਿਟ ਪਾਰ ਦੀ ਹੋੜ ਦੇ ਵਿੱਚ ਲੱਗੇ ਹੋਏ ਆ। ਸੋ ਇਹਨਾਂ ਨੂੰ ਹਾਲੇ ਵੀ ਸਮਝ ਲੈਣਾ ਚਾਹੀਦਾ ਆ, ਚੀਜ਼ਾਂ ਦੇ ਫੈਸਲੇ ਰੈਸ਼ਨਲ ਤਰੀਕੇ ਨਾਲ ਹੋਣੇ ਚਾਹੀਦੇ। ਸਰ, ਰਾਸ਼ਨ ਦੀ ਗੱਲ ਕਰੀਏ, ਜਿਸ ਤਰ੍ਹਾਂ ਕੇਂਦਰ ਸਰਕਾਰ, ਮੋਦੀ ਸਰਕਾਰ ਵੱਲੋਂ ਰਾਸ਼ਨ ਭੇਜਿਆ ਜਾ ਰਿਹਾ ਹੈ ਨੀਲੇ ਕਾਰਡ ਧਾਰਕਾਂ ਦੇ ਲਈ, ਤੇ ਪੰਜਾਬ ਦੇ ਵਿੱਚ ਹਾਲੇ ਵੀ ਕਈ ਲੋਕ ਇੱਦਾਂ ਦੇ ਨੇ ਜਿਨ੍ਹਾਂ ਤੱਕ ਉਹ ਰਾਸ਼ਨ ਜਿਹੜਾ ਨਹੀਂ ਪਹੁੰਚ ਰਿਹਾ ਹੈ। ਇਹਦੇ ਲਈ ਕੀ ਗੰਭੀਰ ਕਾਰਨ ਹੈ? ਦੇਖੋ, ਇਹ ਉਸੇ ਲੜੀ 'ਚ ਗੱਲ ਆ ਜਿਹੜੀਆਂ ਮੈਂ ਹੁਣੇ ਗੱਲ ਕਰਦਾ ਹਟਿਆ। ਕੇਂਦਰ ਸਰਕਾਰ ਨੇ ਲੋਕਡਾਊਨ ਲਾਉਂਦੇ ਹੀ ਬਹੁਤ ਵੱਡੀ ਰਿਲੀਫ ਸਾਰਿਆਂ ਸੂਬਿਆਂ ਨੂੰ ਭੇਜੀ। ਪੰਜਾਬ ਕੋਲ ਵੀ 5000 ਕਰੋੜ ਤੋਂ ਉੱਪਰ ਜਿਹੜਾ ਹੈਗਾ ਆਪ ਦਾ ਫੰਡ ਹੈਗਾ ਸੀ, ਤੇ ਉਹ ਸਾਰਾ ਉਹਨਾਂ ਨੇ ਕਹਿ ਦਿੱਤਾ ਤੁਸੀਂ ਖਰਚ ਕਰ ਸਕਦੇ ਹੋ ਰਾਸ਼ਨ ਵਾਸਤੇ। ਕਰੀਬ 800 ਕਰੋੜ ਉਹਨਾਂ ਨੇ ਹੋਰ ਭੇਜਿਆ ਕਿ ਤੁਸੀਂ ਰਾਸ਼ਨ ਦਿਓ, ਔਰ ਸੈਂਟਰ ਤੋਂ ਰਾਸ਼ਨ ਵੀ ਭੇਜਿਆ ਗਿਆ 3 ਮਹੀਨਿਆਂ ਵਾਸਤੇ। ਹਰ ਪ੍ਰਤੀ ਵਿਅਕਤੀ 5 ਕਿਲੋ ਕਣਕ ਤੇ 1 ਕਿਲੋ ਦਾਲ 3 ਮਹੀਨਿਆਂ ਦਾ ਇਕੱਠਾ ਇੱਕ ਜੀ ਨੂੰ ਜਿਨ੍ਹਾਂ ਦੇ ਨੀਲੇ ਕਾਰਡ ਆ ਉਹਨਾਂ ਨੂੰ ਦੇਣ ਵਾਸਤੇ ਕਿਹਾ ਸੀ। ਪਰ ਨਾਲ ਦੀ ਨਾਲ ਸੈਂਟਰ ਦੀ ਗਵਰਨਮੈਂਟ ਨੇ ਇਹ ਵੀ ਕਿਹਾ ਸੀ ਵੀ ਜਿਨ੍ਹਾਂ ਦੇ ਨੀਲੇ ਕਾਰਡ ਨਹੀਂ ਵੀ ਆ ਪਰ ਉਸ ਕੈਟਾਗਰੀ 'ਚ ਫਾਲ ਕਰਦੇ ਉਹਨਾਂ ਨੂੰ ਸਭ ਨੂੰ ਦਿਓ। ਇੱਥੇ ਕੋਈ ਐਸੀ ਗੱਲ ਨਹੀਂ ਹੋ ਰਹੀ। ਇਹਨਾਂ ਨੇ ਕੁਛ ਸਮਾਨ ਜਿਹੜਾ ਆ ਉਹ ਕਲੈਮਟੀਜ਼ ਫੰਡ 'ਚੋਂ ਖਰੀਦਿਆ, ਆਪਦਾ ਫੰਡ ਦੇ ਵਿੱਚੋਂ। ਉਹ ਪਹਿਲਾਂ ਤਾਂ ਉੱਥੇ ਕੈਪਟਨ ਸਾਹਿਬ ਦੇ ਫੋਟੋ ਵਾਲੇ ਬੋਰੇ ਲੱਗਦੇ ਕਿੰਨਾ ਟਾਈਮ ਬੀਤ ਗਿਆ, ਲੋਕਾਂ ਦੇ ਭੁੱਖੇ ਮਰਨੇ ਦੀ ਨੌਬਤ ਆ ਗਈ। ਫਿਰ ਉਹਦੇ 'ਚ ਬਾਂਦਰ ਵੰਡ ਹੋਈ, ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ ਮਿਲਿਆ। ਉਹਦੇ ਬਾਅਦ ਸਾਨੂੰ ਇੱਕ ਦਿਨ ਦਾ ਵਰਤ ਰੱਖਣਾ ਪਿਆ ਇਸ ਗੱਲ ਕਰਕੇ ਕਿ ਮੋਦੀ ਸਰਕਾਰ ਦਾ ਜਿਹੜਾ ਰਾਸ਼ਨ 30 ਮਾਰਚ ਨੂੰ ਹੀ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਸੀਗਾ, ਕਣਕ ਤੇ ਦਾਲ 5 ਕਿਲੋ ਕਣਕ 1 ਕਿਲੋ ਦਾਲ ਮਹੀਨੇ ਦੀ, ਉਹ ਤੁਸੀਂ ਵੰਡ ਦੇਣ ਕਿਉਂ ਨਹੀਂ ਪਏ? ਉਹ ਕਿਉਂ ਦੇਰੀ ਹੋ ਰਹੀ ਆ? ਉਹ ਫਿਰ ਪ੍ਰੈਸ਼ਰ 'ਚ ਆ ਕੇ ਇਹਨਾਂ ਨੇ ਹੁਣ ਕਿਹਾ ਜੀ ਅਸੀਂ ਵੰਡਣ ਦੇ ਆ। ਉਹਦੇ ਵਿੱਚ ਵੀ ਆਨਾਕਾਨੀ ਚੱਲ ਰਹੀ ਆ। ਇਹਨਾਂ ਦਾ ਮਨ ਨਹੀਂ ਕਰਦਾ ਵੀ ਡਿਪੂਆਂ ਦੇ ਥਰੂ ਵੰਡੀਏ, ਤੇ ਕਬਜ਼ੇ ਕਰੀ ਬੈਠੇ ਆ ਕਾਂਗਰਸੀ ਲੀਡਰ। ਸੋ ਰਾਸ਼ਨ ਵੰਡ 'ਚ ਵੀ ਬਹੁਤ ਲੋਕਾਂ ਨੂੰ ਤਕਲੀਫ ਹੋਈ ਹੈਗੀ ਆ, ਤੇ ਜਿਹੜੀ ਬਿਲਕੁਲ ਵਾਜਬ ਨਹੀਂ ਹੈਗੀ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਇਹ ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਗਏ ਉਹ ਸਾਰੇ ਰਿਪਰੈਜ਼ੈਂਟੇਸ਼ਨ ਕਰ ਰਹੇ ਆ, ਉਹਨਾਂ 'ਚ ਵੀ ਭੇਦਭਾਵ ਹੋਇਆ ਸੀ। ਉਹਨਾਂ ਨੂੰ ਨੀਲੇ ਕਾਰਡਾਂ ਦਾ ਫੈਸਲਾ ਬੇਸ਼ੱਕ ਬਾਅਦ 'ਚ ਕੀਤਾ ਜਾਵੇ ਕੱਟੇ ਜਾਣੇ ਕਿ ਨਹੀਂ, ਪਰ ਜਿਨ੍ਹਾਂ ਦੇ ਕੱਟੇ ਗਏ ਆ ਹੁਣ ਰੀਸੈਂਟਲੀ, ਉਹਨਾਂ ਨੂੰ ਸਾਰਿਆਂ ਨੂੰ ਰਾਸ਼ਨ ਦੇਣਾ ਚਾਹੀਦਾ, ਸੈਂਟਰ ਗੌਰਮੈਂਟ ਨੇ ਵੀ ਕਿਹਾ। ਉਹ ਤੋਂ ਇਲਾਵਾ ਵੀ ਆਇਡੈਂਟੀਫਾਈ ਲੋਕ ਕਰਨੇ ਚਾਹੀਦੇ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਹੀ ਨਹੀਂ ਜਾਂ ਬਣਾ ਨਹੀਂ ਸਕੇ ਕਿਸੇ ਕਾਰਨ, ਉਹਨਾਂ ਨੂੰ ਵੀ ਰਾਸ਼ਨ ਪਹੁੰਚਣਾ ਚਾਹੀਦਾ। ਸਰਕਾਰ ਇਸ ਗੱਲ ਨੂੰ ਅਸ਼ੋਰ ਕਰਾਵੇ। ਦ ਸਟੈਲਰ ਨਿਊਜ਼ ਲਈ ਮੁਕਤਾ ਵਾਲੀਆ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।